तो स्वागत है जी ग्राउंड पंजाब टीवी ਨਾਲ जुड़ चुके हो तुसी। मेरा नाम है गुरिंदर सिंह बाठ। मेरे नाल इस वेले मौजूद ने विचार चर्चा कर लई राजा सुरिंदर सिंह चंडीगढ़ तो राजी स्वागत है जी ਸਾਡੇ ਨਾਲ जुड़न ਲਈ। ਤੁਹਾਡਾ ਬਹੁਤ-ਬਹੁਤ ਧੰਨਵਾਦ ਗੁਰਿੰਦਰ ਜੀ, ਤੁਸੀਂ ਅੱਜ ਮੈਨੂੰ ਆਪਣੇ ਚੈਨਲ ਦੇ ਰਾਹੀਂ ਦਰਸ਼ਕਾਂ ਦੇ ਨਾਲ ਰੂਬਰੂ ਕਰਾ ਰਹੇ ਹੋ ਔਰ ਤੁਹਾਡੇ ਸਰੋਤਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ। तो राजा जी मसले बड़े ਵੱਡੇ ਨੇ, ਗੱਲਬਾਤ ਸਮਾਂ ਮੰਗਦੀ ਹੈ। ਲੋਕਾਂ ਨੂੰ ਆਸਾਂ ਤੇ ਉਮੀਦਾਂ ਬੜੀਆਂ ਨੇ ਨਵੀਂ ਸਰਕਾਰ ਤੋਂ, ਪਰ ਨਿਰਾਸ਼ਾ ਵੀ ਕਿਤੇ ਕਿਤੇ ਨਾਲ ਕਹਿੰਦੇ ਆ ਜੁੜਦੀ ਜਾ ਰਹੀ ਆ ਜਾਂ ਟਾਈਮ ਅਜੇ ਬਹੁਤਾ ਨਹੀਂ ਹੋਇਆ ਤੇ ਉਮੀਦਾਂ ਆਸਾਂ ਜ਼ਿਆਦਾ ਸਨ। ਗਰੰਟੀਆਂ ਵੀ ਸਰਕਾਰ ਵੱਲੋਂ ਬੜੀਆਂ ਦਿੱਤੀਆਂ ਗਈਆਂ ਨੇ, ਪਰ ਕਹਿੰਦੇ ਆ ਲੋਕ ਕੁਝ ਬੁੱਧੀਜੀਵੀ ਸਾਡੇ ਨਾਲ ਗੱਲਬਾਤ ਕਰਦੇ ਆ ਕਿ ਮੁੱਦਿਆਂ ਤੋਂ ਭਟਕ ਰਹੀ ਹੈ ਆਮ ਆਦਮੀ ਪਾਰਟੀ। ਮੈਨੂੰ ਜਰਾ ਸਮਝਾਇਓ ਕਿ ਅਜੇ ਕੁਝ ਦਿਨਾਂ ਦੀ ਸਰਕਾਰ ਹੈ, ਮੁੱਦਿਆਂ ਤੋਂ ਭਟਕ ਗਈ ਕਹਿਣਾ ਜਾਇਜ਼ ਹੈ ਕਿ ਨਹੀਂ, ਜਾਂ ਕਿਵੇਂ ਲੱਗਦਾ ਹੈ ਲੋਕਾਂ ਨੂੰ ਕਿ ਸਰਕਾਰ ਆਪਣੇ ਅਸਲ ਮੁੱਦੇ ਤੋਂ ਭਟਕ ਕੇ ਦੂਸਰੀ ਸਾਈਡ ਜਾ ਰਹੀ ਹੈ? ਗੁਰਿੰਦਰ ਜੀ, ਤੁਹਾਡਾ ਜਿਹੜਾ ਪ੍ਰਸ਼ਨ ਹੈ ਉਹਦੇ ਉੱਤੇ ਅਗਰ ਮੈਂ ਆਪਣੀ ਹੁਣ ਜਿਹੜੀ ਮੈਂ ਗੱਲ ਰੱਖਾਂਗਾ ਉਹਦੇ ਵਿੱਚ ਕੀ ਹੈ ਕਿ ਦੋਨੋਂ ਹੀ ਗੱਲਾਂ ਨੇ। ਇੱਕ ਤੇ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਬਾਰ ਹੈ, ਜਿਹੜਾ ਮਿਆਰ ਹੈ, ਉਹ ਇੰਨਾ ਉੱਚਾ ਰੱਖ ਲਿਆ, ਇੰਨੀ ਗਰੰਟੀਆਂ ਦੇ ਦਿੱਤੀਆਂ ਬਗੈਰ ਹਕੀਕਤ ਨੂੰ ਜਾਣੇ ਸਮਝੇ। ਉਹ ਝੂਠ, ਉਹਨੂੰ ਝੂਠ ਹੀ ਕਵਾਂਗੇ, ਕਿਉਂਕਿ ਜਦ ਤੱਕ ਆਪਣੇ ਕੋਲ ਕੁਝ ਰਿਸੋਰਸਿਸ ਨਾ ਹੋਣ ਤੇ ਸਾਨੂੰ ਦੇਣ ਦਾ ਵਾਅਦਾ ਨਹੀਂ ਕਰਨਾ ਚਾਹੀਦਾ। ਇਹਦੇ ਵਿੱਚ ਇਹ ਗੱਲ ਹੁਣ ਕਿਸੇ ਤੋਂ ਵੀ ਛਿਪੀ ਨਹੀਂ ਰਹੀ ਕਿ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸਨ ਕਿ ਅਸੀਂ ਫੰਡ ਐਵੇਂ ਜਨਰੇਟ ਕਰ ਲਾਂਗੇ, ਅਸੀਂ ਫੰਡ ਉਵੇਂ ਜਨਰੇਟ ਕਰ ਲਾਂਗੇ, ਉਹ ਆਪਣੀ ਸਰਕਾਰ ਬਣਨ ਦੇ ਇੱਕ ਹਫ਼ਤੇ ਵਿੱਚ ਸੈਂਟਰ ਦੇ ਕੋਲ ਪਹੁੰਚ ਗਏ 1 ਲੱਖ ਕਰੋੜ ਮੰਗਣ ਲਈ। ਅਸੀਂ ਸ਼ੁਰੂ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਸੀ ਕਿ ਜਿੰਨੀ ਇਹ ਗਰੰਟੀਆਂ ਤੇ ਵਾਅਦੇ ਦੇ ਰਹੇ ਨੇ ਉਹਦੇ ਲਈ ਪੰਜਾਬ ਦੇ ਇਹ ਹਾਲਾਤ ਨਹੀਂ ਹੈ ਕਿ ਪੰਜਾਬ ਦੇ ਖਜ਼ਾਨੇ ਨੂੰ ਵੇਖ ਕੇ ਇਹ ਵਾਲੇ ਵਾਅਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਜਾਣ। ਲੇਕਿਨ ਪੰਜਾਬ ਦੇ ਲੋਕਾਂ ਦੀ ਜਿਹੜੀ ਸਭ ਤੋਂ ਵੱਡੀ ਦਿੱਕਤ ਕੀ ਸੀ ਕਿ ਦੋਨੋਂ ਪਾਰਟੀਆਂ, ਚਾਹੇ ਉਹ ਅਕਾਲੀ ਦਲ ਨੇ ਚਾਹੇ ਉਹ ਕਾਂਗਰਸ ਨੇ, ਉਹਨਾਂ ਨੇ ਇੰਨਾ ਲੁੱਟਿਆ ਪੁੱਟਿਆ ਕੁੱਟਿਆ ਕਿ ਉਹ ਇਸ ਗੱਲ ਨੂੰ ਸਮਝਣ ਲਈ ਤਿਆਰ ਹੀ ਨਹੀਂ ਸੀ, ਸੁਣਨ ਨੂੰ ਤਿਆਰ ਹੀ ਨਹੀਂ ਸੀ। ਉਹ ਤੇ ਕਹਿੰਦੇ ਵੀ ਆਪਾਂ ਤੇ ਛਾਲ ਮਾਰਨੀ ਹੈ, ਇਸ ਵਾਰ ਕਿੱਥੇ ਨਾ ਕਿੱਥੇ ਤੇ ਮਾਰਾਂਗੇ, ਲੇਕਿਨ ਨਾ ਅਕਾਲੀਆਂ ਦੇ ਕੋਲ ਮਾਰਾਂਗੇ ਨਾ ਕਾਂਗਰਸ ਦੇ ਕੋਲ ਮਾਰਾਂਗੇ। ਇਸ ਵਾਸਤੇ ਆਮ ਆਦਮੀ ਪਾਰਟੀਆਂ ਦਾ ਝੂਠ ਜਿਹੜਾ ਹੈਗਾ ਉਹ ਲੋਕਾਂ ਨੂੰ ਇਹ ਨਹੀਂ ਕਿ ਸਮਝ ਨਹੀਂ ਆਇਆ, ਸਮਝ ਲੋਕਾਂ ਨੂੰ ਆਇਆ, ਲੇਕਿਨ ਲੋਕੀ ਇੰਨੇ ਤੰਗ ਹੋ ਚੁੱਕੇ ਸਨ ਕਿ ਉਹ ਬਦਲ ਦੇਖਣਾ ਚਾਹੁੰਦੇ ਸਨ। ਲੇਕਿਨ ਸਭ ਤੋਂ ਵੱਡੀ ਦਿੱਕਤ ਕੀ ਆਈ ਕਿ ਜਿਹੜੇ ਬਦਲ ਆਇਆ ਉਹ ਹਾਲੀ ਨੋ ਸਿੱਖਿਆ ਹੈ, ਉਹਨੂੰ ਸਰਕਾਰਾਂ ਪ੍ਰਸ਼ਾਸਨ ਕਿਵੇਂ ਚਲਾਣਾ ਹੈ ਉਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ। ਚਲਾਣਗੇ ਕੌਣ? ਚਲਾਣਗੇ ਤੇ ਉਹੀ ਆਈਐਸ ਜਿਹੜੇ ਪਹਿਲੇ ਹੈਗੇ ਸਨ। ਠੀਕ ਹੈ ਜੀ, ਹੁਣ ਉਹ ਦੱਸਣਗੇ ਕਿ ਵਾਕਈ ਵੀ ਖਜ਼ਾਨਾ ਖਾਲੀ ਹੈ। ਕੱਲ ਅਗਰ ਤੁਸੀਂ ਦੇਖਿਆ ਜਾਵੇ ਇਹ ਗੱਲ ਖਾਲੀ ਆਮ ਆਦਮੀ ਪਾਰਟੀ ਦੀ ਨਹੀਂ ਹੈ, ਕੱਲ ਜਿਹੜਾ ਨਰਿੰਦਰ ਮੋਦੀ ਦੇ ਸਲਾਹਕਾਰਾਂ ਨੇ ਵੀ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਜੇ ਤੁਸੀਂ ਲੋਕ ਲੁਭਾਵਨ ਸਕੀਮਾਂ ਚਲਾਉਂਦੇ ਰਹੇ ਤੇ ਸਾਡਾ ਹਾਲ ਵੀ ਕਿੱਥੇ ਸ਼੍ਰੀਲੰਕਾ ਜੋਗਾ ਨਾ ਹੋ ਜਾਏ। ਅੱਜ ਸ਼੍ਰੀਲੰਕਾ ਖਬਰ ਹੈ, ਬਿਲਕੁਲ ਅੱਜ ਦੀ ਤਾਜ਼ਾ ਖਬਰ ਹੈ। ਹਾਂਜੀ, ਕਿ ਜਿਹੜਾ ਸ਼੍ਰੀਲੰਕਨ ਜਿਹੜਾ ਕ੍ਰਾਈਸਿਸ ਫਾਈਨੈਂਸ਼ੀਅਲ ਐਮਰਜੈਂਸੀ ਉੱਥੇ ਲੱਗ ਗਈ ਹੈ, ਅੱਜ ਇੰਡੀਆ ਦਾ ਵੀ ਜਿਹੜਾ ਕਰਜ਼ਾ ਹੈ ਉਹ ਇੰਨਾ ਚੜ੍ਹਦਾ ਜਾ ਰਿਹਾ ਹੈ ਕਿ ਅਸੀਂ ਸੂਬਿਆਂ ਦੀ ਗੱਲ ਤੇ ਕਰ ਰਹੇ ਹਾਂ, ਲੇਕਿਨ ਕਿਤੇ ਨਾ ਕਿਤੇ ਸਾਨੂੰ ਝਾਤ ਇੱਥੇ ਵੀ ਮਾਰਨੀ ਪਏਗੀ ਕਿ ਕਰਜ਼ਾ ਭਾਰਤ ਤੇ ਵੀ ਦਿਨ ਬਰ ਦਿਨ ਵੱਧਦਾ ਜਾ ਰਿਹਾ ਹੈ। ਹਾਂ ਬਿਲਕੁਲ, ਜਿਹੜੀਆਂ ਉਹਨਾਂ ਨੇ ਕਿਹਾ ਸੀ ਕਿ ਮੁਫਤ ਸਕੀਮਾਂ ਚੱਲਦੀਆਂ ਨੇ ਸੂਬਿਆਂ 'ਚ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬੰਦ ਕਰ ਦਿੱਤਾ ਜਾਣਾ ਚਾਹੀਦਾ, ਕਿਉਂਕਿ ਸਰਕਾਰੀ ਖਜ਼ਾਨੇ ਤੇ ਬੜਾ ਵੱਡਾ ਬੋਝ ਆ ਰਹੀਆਂ ਨੇ। ਤਾਂ ਸੂਬੇ ਤੇ ਆਪਾਂ ਆਮ ਆਦਮੀ ਪਾਰਟੀ ਤੋਂ ਗੱਲ ਸ਼ੁਰੂ ਕੀਤੀ ਸੀ, ਗੱਲ ਸਰਕਾਰ ਤੱਕ ਪਹੁੰਚ ਗਈ ਹੈ, ਕੇਂਦਰ ਤੱਕ। ਮੈਂ ਮੋੜ ਕੇ ਵਾਪਸ ਤੁਹਾਨੂੰ ਫਿਰ ਉੱਥੇ ਲਿਆਵਾਂ ਕਿ ਕੇਜਰੀਵਾਲ ਸਾਹਿਬ ਨੇ, ਭਗਵੰਤ ਮਾਨ ਨੇ ਕਿਸ ਚੀਜ਼ ਨੂੰ ਮੁੱਖ ਰੱਖ ਕੇ ਇੰਨੀਆਂ ਗਰੰਟੀਆਂ ਦਿੱਤੀਆਂ। ਉਹਨਾਂ ਤਾਂ ਪਹਿਲਾਂ ਮੈਂ ਸੁਣਦਾ ਸਾਂ ਉਹਨਾਂ ਦੀਆਂ ਸਪੀਚਸ ਸਨ ਜਿਹੜੀਆਂ ਕਿ ਪੰਜਾਬ ਦਾ ਰੈਵਨਿਊ ਇੰਨਾ ਹੈ ਜੇ ਇਸ ਨੂੰ ਰੋਕ ਲਿਆ ਜਾਵੇ ਤਾਂ ਪੰਜਾਬ ਸੋਨੇ ਦੀ ਚਿੜੀ ਬਣ ਸਕਦਾ ਹੈ। ਪਰ ਤੁਸੀਂ ਨਾਲ ਹੀ ਮੈਨੂੰ ਦੱਸਿਆ ਕਿ ਉਹ 1 ਲੱਖ ਕਰੋੜ ਦਾ ਕਰਜ਼ਾ ਮੰਗਣ ਲਈ ਮੋਦੀ ਸਾਹਿਬ ਕੋਲ ਚਲੇ ਗਏ ਨੇ। ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਜਾ ਕੇ ਹੱਥ ਕੇਂਦਰ ਦੇ ਅੱਗੇ ਅੱਡਣੇ ਪੈਣੇ ਨੇ
ਤਾਂ ਫਿਰ ਪੰਜਾਬ ਦੇ ਵਿੱਚ ਆਪਾਂ ਸਰਕਾਰ ਸਥਾਪਿਤ ਕੀਤੀ ਆ, ਕਿਸ ਆਸਰੇ ਤੇ ਕੀਤੀ ਆ, ਕੀ ਆਪਾਂ ਸੋਚਿਆ ਸੀ ਕਿ ਕਿੰਨਾ ਕੁ ਰੈਵਨਿਊ ਪੰਜਾਬ ਤੋਂ ਜਨਰੇਟ ਹੋ ਸਕਦਾ, ਜਿਸ ਨਾਲ ਸਾਨੂੰ ਦੂਜੀਆਂ ਸਰਕਾਰਾਂ ਕਹਿ ਲਈਏ ਕੇਂਦਰ ਵੱਲ ਨਾ ਵੇਖਣਾ ਪਏਗਾ, ਜਾਂ ਸਿੱਧੇ ਸ਼ਬਦਾਂ 'ਚ ਕਹਿ ਲਈਏ ਕਿ ਦਿੱਲੀ ਅੱਗੇ ਗੋਡੇ ਨਹੀਂ ਟੇਕਣੇ ਪੈਣਗੇ। ਸੁਰਿੰਦਰ ਜੀ, ਮੈਂ ਇਲੈਕਸ਼ਨਾਂ ਤੋਂ ਪਹਿਲੇ ਆਪਣੀ ਪ੍ਰੈਸ ਕਾਨਫਰੰਸ ਦੇ ਅੰਦਰ ਇਹ ਗੱਲ ਕਹੀ ਸੀ, ਜੇ ਬਦਲ ਹੀ ਦੇਖਣਾ ਹੈ, ਜੇ ਯਾਰੀ ਲਾਣੀ ਤੇ ਕਿਸੇ ਤਕੜੇ ਨਾਲ ਲਾਈਏ ਤਾਂ ਕਿ ਉਹ ਪੰਜਾਬ ਦਾ ਕੁਝ ਸਵਾਰ ਤੇ ਸਕੇ। ਵੀ ਭੁੱਖਿਆਂ ਨਾਲ ਕਾਹਦੀ ਯਾਰੀ ਲਾਣੀ, ਜਿਹੜੇ ਆਪ ਦਿੱਲੀ ਵਾਸਤੇ ਵੀ ਸੈਂਟਰ ਦੇ ਅੱਗੇ ਖੜੇ ਰਹਿੰਦੇ ਨੇ। ਠੀਕ ਹੈ ਜੀ, ਹੁਣ ਤੇ ਦੇਖੋ ਜਿਹੜੀ ਪਬਲਿਕ ਹੈ ਉਹ ਚੁਣ ਸਕਦੀ ਹੈ, ਹਟਾ ਨਹੀਂ ਸਕਦੀ। ਇਹ ਤੇ ਹੁਣ ਸਮਝੋ ਕਿ 5 ਸਾਲ ਪੰਜਾਬ ਦੇ ਲੋਕਾਂ ਨੇ ਪੰਜਾਬ ਨੂੰ ਹੋਰ ਪਿੱਛੇ ਪਾਤਾ। ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਸੈਂਟਰ ਜਿਹੜਾ ਸਾਡੀ ਬਿਜਲੀ ਸੀ ਉਹ ਵੀ ਉਹਨੇ ਹਰਿਆਣੇ ਨੂੰ ਦੇਤੀ, 1100 ਕਰੋੜ ਰੁਪਏ ਦਾ ਜਿਹੜਾ ਫੰਡ ਸੀ ਉਹ ਵੀ ਦੇਤਾ, ਕਿਉਂਕਿ ਕਿਤੇ ਨਾ ਕਿਤੇ ਜੋ ਸੈਂਟਰ ਦੇ ਨਾਲ ਮਿਲ ਕੇ ਨਹੀਂ ਚੱਲਦਾ, ਸੈਂਟਰ ਵੀ ਉਹਨਾਂ ਦੇ ਨਾਲ ਮਿਲ ਕੇ ਨਹੀਂ ਚੱਲਦੀ। ਇਹ ਗੱਲਾਂ ਸਾਡੇ ਤੋਂ ਛੁਪੀਆਂ ਹੋਈਆਂ ਨਹੀਂ ਨੇ। ਇਹ ਗੱਲ ਅੱਜ ਦੀ ਨਹੀਂ ਹੈ, ਇਹ ਗੱਲ ਬੀਜੇਪੀ ਦੀ ਨਹੀਂ ਹੈ, ਇਹ ਗੱਲ ਕਾਂਗਰਸ ਦੀ ਨਹੀਂ ਹੈ। ਸੈਂਟਰ ਸਰਕਾਰ ਦੇ ਨਾਲ ਉਹੀਓ ਸਰਕਾਰਾਂ ਕਾਮਯਾਬ ਹੁੰਦੀਆਂ ਨੇ ਜਿਹੜੀ ਸੈਂਟਰ ਦੇ ਨਾਲ ਮਿਲ ਕੇ ਚੱਲਦੀਆਂ ਨੇ। ਦੂਜੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉਹ ਹੈ ਕਿ ਕੇਜਰੀਵਾਲ ਹੋਰਾਂ ਨੇ ਝੂਠ ਪਰੋਸਿਆ। ਅੱਜ ਬੜੀ ਹੈਰਾਨੀ ਦੀ ਗੱਲ ਹੈ ਕਿ ਭਗਤ ਸਿੰਘ ਦੀਆਂ ਪੱਗਾਂ ਬੰਨਣ ਵਾਲੇ ਉੱਥੇ ਗਾਂਧੀ ਦੀ ਮੂਰਤੀ ਨੂੰ ਜਾ ਕੇ ਮੱਥਾ ਟੇਕ ਰਹੇ ਨੇ, ਉੱਥੇ ਗੁਜਰਾਤ ਜਾ ਕੇ ਗਾਂਧੀ ਦਾ ਗੁਣਗਾਨ ਕਰ ਰਹੇ ਨੇ। ਬਈ ਅੱਜ ਅਗਰ ਦੇਖਿਆ ਜਾਵੇ ਤੇ ਭਗਤ ਸਿੰਘ ਜੀ ਦੀ ਸੋਚ ਦਾ ਤੇ ਗਾਂਧੀ ਦੀ ਸੋਚ ਦਾ ਦੂਰ ਦੂਰ ਤੱਕ ਕਿੱਥੇ ਮੇਲ ਨਹੀਂ ਖਾਂਦਾ। ਅੱਜ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਰੋਕਿਆ ਜਾ ਸਕਦਾ ਸੀ ਜੇ ਗਾਂਧੀ ਨੇ ਉਸ ਟਾਈਮ ਨਾਲ ਇੰਟਰਵੀਨ ਕੀਤਾ ਹੁੰਦਾ। ਤੇ ਮੈਂ ਤੁਹਾਡੇ ਰਾਹੀਂ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇੰਨਾ ਸਿੱਧਾ ਨਾ ਕਹੀਏ, ਥੋੜਾ ਜਿਹਾ ਇਹਨੂੰ ਸ਼ਬਦਾਂ ਦਾ ਹੇਰ ਫੇਰ ਜ਼ਰੂਰ ਦੇ ਲਈਏ। ਮੈਂ ਕਹਿਣਾ ਚਾਹੁੰਦਾ ਤੁਸੀਂ ਗੱਲ ਪਹਿਲਾਂ ਕਰ ਦਿੱਤੀ ਹੈ ਕਿ ਕੇਸਰੀ ਪੱਗਾਂ ਬੰਨ ਕੇ ਅਸੀਂ ਇੱਕ ਨਾਰਾ ਦਿੱਤਾ ਸੀ ਕਿ ਭਗਤ ਸਿੰਘ ਦੀ ਸੋਚ ਤੇ ਅਸੀਂ ਪਹਿਰਾ ਦਿਆਂਗੇ ਤੇ ਪੰਜਾਬ ਨੂੰ ਤਰੱਕੀ ਦੀਆਂ ਰਾਹਾਂ ਤੇ ਪਾਵਾਂਗੇ। ਡਾਕਟਰ ਭੀਮ ਰਾਓ ਅੰਬੇਦਕਰ ਜਿਹੜੇ ਸਾਡੇ ਸੰਵਿਧਾਨ ਦੇ ਨਿਰਮਾਤਾ ਨੇ, ਉਹਨਾਂ ਦੀਆਂ ਨੀਤੀਆਂ ਨੂੰ ਇਹਨਾਂ ਲਾਗੂ ਕਰਾਂਗੇ। ਸਰਕਾਰੀ ਦਫ਼ਤਰਾਂ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਵੀ ਛਾਪ ਦਿੱਤੀਆਂ ਗਈਆਂ, ਇੱਕ ਸੁਨੇਹਾ ਦੇਣ ਲਈ ਕਿ ਇਸ ਵੇਲੇ ਰਾਜ ਜਿਹੜਾ ਆ ਇਹਨਾਂ ਦੀ ਸੋਚ ਦੇ ਰਿਗਾਰਡਿੰਗ ਚੱਲੇਗਾ, ਸੋਚ ਦੇ ਅਨੁਕੂਲ ਚੱਲੇਗਾ। ਪਰ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਅਸੀਂ ਜਦੋਂ ਪੰਜਾਬ ਤੋਂ ਬਾਹਰ ਜਾਂਦੇ ਆ ਤਾਂ ਸਾਡੀ ਸੋਚ ਕਿਉਂ ਬਦਲ ਜਾਂਦੀ ਆ। ਅਸੀਂ ਉੱਥੇ ਜਾ ਕੇ ਮਹਾਤਮਾ ਗਾਂਧੀ ਦੇ ਗੁਣਗਾਨ ਕਰਨ ਲੱਗ ਪਏ ਆ। ਕੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਅਜਿਹੇ ਸਿਆਸੀ ਕਿਰਦਾਰ, ਮੈਂ ਕਹਾਂਗਾ ਕਿ ਦੋਹਰੇ ਕਿਰਦਾਰਾਂ ਦੇ ਜੋ ਲੋਕ ਆ, ਉਹ ਪੰਜਾਬੀ ਸੱਭਿਆਚਾਰ ਨੂੰ, ਪੰਜਾਬ ਦੇ ਲੋਕ ਮੁੱਦਿਆਂ ਨੂੰ, ਪੰਜਾਬੀਅਤ ਨੂੰ ਕੀ ਬਚਾ ਸਕਣਗੇ, ਕੀ ਬੁਲੰਦੀਆਂ ਤੇ ਲਿਜਾ ਸਕਣਗੇ? ਮੈਂ ਤੁਹਾਡੀ ਗੱਲ ਨੂੰ ਬਿਲਕੁਲ ਐਂਡੋਰਸ ਕਰਨਾ ਵਾ ਗੁਰਿੰਦਰ ਜੀ, ਕਿ ਇਹੋ ਗੱਲ ਮੈਂ ਕਹਿ ਰਿਹਾ ਸੀ ਕਿ ਗਾਂਧੀ ਨੂੰ ਮੰਨੋ, ਸਾਨੂੰ ਗਾਂਧੀ ਨੂੰ ਮੰਨਣ 'ਚ ਕੋਈ ਦਿੱਕਤ ਨਹੀਂ ਹੈ। ਪਰ ਜਦ ਤੁਸੀਂ ਇੱਕ ਜਗ੍ਹਾ ਤੇ ਆਪਣੀ ਉਹ ਸੋਚ ਹੈ ਜਿਹੜੀ ਗਾਂਧੀ ਦੀ ਸੋਚ ਦੇ ਬਿਲਕੁਲ ਹੀ ਵਿਰੁੱਧ ਹੈ, ਤੇ ਜਾਂ ਫਿਰ ਤੁਸੀਂ ਉਸ ਸੋਚ ਤੇ ਪਹਿਰਾ ਦਿਓ, ਜਾਂ ਤੁਸੀਂ ਕਹੋ ਵੀ ਸਾਡੀ ਕੋਈ ਸੋਚ ਹੀ ਨਹੀਂ, ਅਸੀਂ ਤੇ ਜਿੱਥੇ ਜਾ ਕੇ ਬਹਿਨੇ ਉਹੋ ਜਿਹੇ ਹੋ ਜਾਂਦੇ ਆ। ਠੀਕ ਹੈ ਜੀ। ਤੇ ਇਹ ਜਿਹੜਾ ਮੁੱਦਾ ਹੈਗਾ ਇਹ ਬੜਾ ਪੱਖਿਆ ਹੋਇਆ ਮੁੱਦਾ ਹੈਗਾ ਕਿ ਯੂਜ਼ ਕੀਤਾ ਗਿਆ, ਕੀ ਕਹਿੰਦੇ ਨੇ, ਮੈਂ ਕਹਾਂਗਾ ਭਗਵੰਤ ਮਾਨ ਨੂੰ। ਹੁਣ ਅੱਜ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਜਿਹੜੇ 5 ਬੰਦੇ ਰਾਜ ਸਭਾ ਗਏ ਨੇ, ਕੀ ਉਹ ਪੰਜਾਬੀਅਤ ਦੀ ਸੋਚ ਲੈ ਕੇ ਗਏ ਨੇ? ਉਹਨਾਂ ਦੇ ਪੰਜਾਬ ਲਈ ਉਹਨਾਂ ਦਾ ਕੀ ਯੋਗਦਾਨ ਰਿਹਾ? ਕੀ ਉਹਨਾਂ ਦੇ ਕਿਰਦਾਰ ਇਹੋ ਜਿਹੇ ਹੈਗੇ ਨੇ ਕਿ ਉਹ ਪੰਜਾਬ ਦੀ ਗੱਲ ਜਾ ਕੇ ਰਾਜ ਸਭਾ 'ਚ ਕਰ ਲੈਣਗੇ? ਇਹ ਤੇ ਲੋਕਾਂ ਨੂੰ ਠੱਗਿਆ ਗਿਆ ਹੈ, ਔਰ ਇਹ ਬਹੁਤ ਜਲਦੀ ਪੰਜਾਬ ਦੇ ਲੋਕਾਂ ਦਾ ਭਰਮ ਹੋਰ ਨਹੀਂ ਤੇ 4, 5, 6 ਮਹੀਨਿਆਂ ਦੇ ਅੰਦਰ ਟੁੱਟ ਜਾਏਗਾ ਕਿ ਵੀ ਇਹ ਲੋਕ ਕੋਈ ਬਦਲਾਵ ਲਿਆ ਸਕਦੇ ਨੇ। ਇਹ ਵੇਖਿਓ, ਹੁਣ ਹਾਲ ਦੀ ਘੜੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਵਿੱਚ ਆਪਣੇ ਸਰਵਿਸ ਰੂਲ ਲਾਗੂ ਕੀਤੇ ਨੇ, ਤੇ ਹੋ ਸਕਦਾ ਇਹਨੂੰ ਕੇਂਦਰ ਪ੍ਰਸ਼ਾਸਿਤ ਵੀ ਕਰ ਦਿੱਤਾ ਜਾਵੇ। ਪਰ ਅਜੇ ਤੱਕ ਇਹਨਾਂ ਜਿਹੜੇ 5 ਰਾਜ ਸਭਾ ਮੈਂਬਰ ਚੁਣੇ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਇਹਨਾਂ ਨੇ ਬਿਆਨ ਜਾਰੀ ਕੀਤਾ ਆ ਜਾਂ ਕੋਈ ਆਪਣੇ ਵੱਲੋਂ ਹਾਂ ਦਾ ਨਾਰਾ ਮਾਰਿਆ ਹੋਵੇ ਕਿ ਇਹਦੇ ਉੱਤੇ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਆ। ਜਦੋਂ ਅਜਿਹੇ ਵੱਡੇ ਮੁੱਦਿਆਂ ਤੇ ਇਹ ਲੋਕ ਨਹੀਂ ਬੋਲਣਗੇ ਤਾਂ ਪੰਜਾਬ ਪ੍ਰਤੀ ਵਫਾਦਾਰੀ ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਪਿੱਛੇ ਜੀ ਰਹਿ ਜਾਏਗੀ, ਲੁੱਕ ਕੇ ਸਾਹਮਣੇ ਨਹੀਂ ਕਰ ਪਾਉਣਗੇ। ਗੁਰਿੰਦਰ ਜੀ, ਇੱਕ ਕਹਾਵਤ ਹੈ ਕਿ ਆਪਣਾ ਘਰ ਸੰਭਾਲੀਏ ਤੇ ਦੂਜੇ ਨੂੰ ਨਾ ਕਹੀਏ ਚੋਰ। ਅਸੀਂ ਚੰਡੀਗੜ੍ਹ ਦੇ ਉੱਤੇ ਕਦੀ ਪਹਿਰਾ ਦਿੱਤਾ ਹੀ ਨਹੀਂ, ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ, ਚਾਹੇ ਉਹ ਅਕਾਲੀਆਂ ਦੀ ਸਰਕਾਰ ਰਹੀ।
ਅਸੀਂ ਚੰਡੀਗੜ੍ਹ ਨੂੰ ਲੈਣ ਵਾਸਤੇ ਕਿਹੜੀ ਸ਼ਿੱਦਤ ਕੀਤੀ ਦੱਸ ਦਿਓ। ਅਸੀਂ ਕਦੀ ਧਰਨੇ ਲਾਏ, ਅਸੀਂ ਕਦੀ ਸਰਕਾਰਾਂ ਨਾਲ ਲੜਾਈ ਲੜੀ ਆ ਵੀ ਸਾਡੀ ਰਾਜਧਾਨੀ ਚੰਡੀਗੜ੍ਹ ਹੈ, ਸਾਨੂੰ ਕਿਉਂ ਨਹੀਂ ਦਿੱਤੀ ਜਾ ਰਹੀ। ਅੱਜ ਜਦ ਡਾਕਾ, ਜਦ ਤੁਹਾਡਾ ਮਾਲ ਖੁੱਲਾ ਹੈ ਔਰ ਕਿਸੇ ਨੇ ਉਹਦੇ ਉੱਤੇ ਅੱਖ ਰੱਖੀ ਹੈ ਤਾਂ ਤੁਹਾਡੀ ਨੀਂਦ ਖੁੱਲੀ ਹੈ। ਔਰ ਇਹ ਵੀ ਸੈਂਟਰ ਨੇ ਵੀ ਮੀਟਰ ਚੈੱਕ ਕੀਤਾ ਆਪਣਾ, ਇੱਕ ਹੁੰਦਾ ਨਾ ਮੀਟਰ ਚੈੱਕ ਕਰਨਾ ਕਿ ਵੀ ਕੀ ਇਹਦੀ ਪ੍ਰਤੀਕਿਰਿਆ ਆਉਂਦੀ ਹੈ, ਕੀ ਲੋਕ ਇਹਦੇ ਉੱਤੇ ਆਪਣਾ ਕੀ ਕਹਿੰਦੇ ਨੇ ਓਪੀਨੀਅਨ ਦਿੰਦੇ ਨੇ। ਉਹ ਓਪੀਨੀਅਨ ਵੀ ਅਗਰ ਤੁਸੀਂ ਦੇਖਿਆ ਜਾਵੇ ਤੇ ਕੋਈ ਅਗਰੈਸਿਵ ਓਪੀਨੀਅਨ ਨਹੀਂ ਹੈ। ਵਿਧਾਨ ਸਭਾ ਦੇ ਅੰਦਰ ਬਿੱਲ ਪਾਰਿਤ ਹੋ ਗਿਆ, ਉਹ ਹਰਿਆਣਾ ਵਾਲੇ ਵੀ ਕਰ ਰਹੇ ਨੇ, ਹੁਣ ਹਿਮਾਚਲ ਵਾਲੇ ਵੀ ਕਲੇਮ ਕਰ ਰਹੇ ਨੇ। ਇਹ ਲੜਾਈ ਸਾਨੂੰ ਚੰਡੀਗੜ੍ਹ ਦੀ ਉਵੇਂ ਹੀ ਲੜਨੀ ਪੈਣੀ ਹੈ ਜਿਵੇਂ 3 ਜਿਹੜੇ ਕਾਲੇ ਕਾਨੂੰਨ ਸਨ ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਜਿਹੜੀ ਲੜਾਈ ਲੜੀ ਹੈ ਨਾ ਜੀ, ਉਹੋ ਜੀ ਸੇਮ ਲੜਾਈ ਸਾਨੂੰ ਚੰਡੀਗੜ੍ਹ ਵਾਸਤੇ ਲੜਨੀ ਪੈਣੀ ਹੈ ਤਾਂ ਚੰਡੀਗੜ੍ਹ ਮਿਲਣਾ। ਨਹੀਂ ਤੇ ਜਿਹਨੂੰ ਤੁਸੀਂ ਆਪਣੇ ਸਮਝਦੇ ਹੋ ਉਹਦੇ ਲਈ ਲੜਦੇ ਹੋ, ਉਹਦੇ ਲਈ ਹਿੰਮਤ ਕਰਦੇ ਹੋ। ਜੇ ਤੁਸੀਂ ਹਿੰਮਤ ਹੀ ਨਹੀਂ ਕਰਨੀ, ਲੜਨਾ ਹੀ ਨਹੀਂ, ਇਹਦਾ ਮਤਲਬ ਤੁਸੀਂ ਉਹਨੂੰ ਕਦੀ ਆਪਣਾ ਸਮਝਦੇ ਹੀ ਨਹੀਂ ਸੀ। ਸੋ ਰਾਜਾ ਜੀ, ਜਿਹੜਾ ਵਿਧਾਨ ਸਭਾ 'ਚ ਇਹਨਾਂ ਮਤਾ ਪਾਸ ਕੀਤਾ ਪੰਜਾਬ ਸਰਕਾਰ ਨੇ, ਹਰਿਆਣਾ ਵੀ ਕਰਨ ਜਾ ਰਹੀ ਆ, ਇਹਦੀ ਕੇਂਦਰ ਦੇ ਸਾਹਮਣੇ ਕੀ ਵੈਲਿਊ ਹੈ, ਜਰਾ ਮੈਨੂੰ ਸਾਫ਼ ਸ਼ਬਦਾਂ ਸਮਝਾਇਓ। ਗੱਲ ਹੈ ਜੀ, ਕੇਂਦਰ ਦੇ ਸਾਹਮਣੇ ਇਹਦੀ ਕੋਈ ਵੀ ਵੈਲਿਊ ਨਹੀਂ ਹੈ। ਕੇਂਦਰ ਅੱਜ ਦੀ ਡੇਟ 'ਚ ਕਿਸੇ ਦੀ ਵੈਲਿਊ ਸਮਝ ਕਿੱਥੇ ਰਿਹਾ, ਪਹਿਲੇ ਤਾਂ ਤੁਸੀਂ ਇਹ ਦੱਸੋ। ਉਹਨਾਂ ਦੀ ਵੈਲਿਊ ਹੀ ਪੈਂਦੀ ਹੈ ਜਿਹੜੇ ਆਪਣੇ ਘਰ ਪਹਿਲੇ ਆਪ ਤਗੜੇ ਹੁੰਦੇ ਨੇ, ਉਹਨਾਂ ਦੀ ਵੈਲਿਊ ਪੈਂਦੀ ਹੈ। ਜਿਹੜੀ ਸਰਕਾਰਾਂ ਆਪਣੇ ਦਮ ਦੇ ਉੱਤੇ, ਚਾਹੇ ਉੜੀਸਾ ਲੈ ਲਓ, ਚਾਹੇ ਤੁਸੀਂ TMC ਲੈ ਲਓ, ਚਾਹੇ ਤੁਸੀਂ ਕੇਰਲਾ ਦੀ ਗਵਰਨਮੈਂਟ ਲੈ ਲਓ, ਜਿਹੜੇ ਕਿ ਆਪਣੇ ਆਪ ਸક્ષਮ ਹੈਗੇ ਨੇ, ਉਹਨਾਂ ਦੀ ਹੋਂਦ ਵੀ ਹੈ, ਉਹਨਾਂ ਦੀ ਗੱਲ ਵੀ ਸੁਣੀ ਜਾਂਦੀ ਹੈ, ਉਹਨਾਂ ਤੋਂ ਸੈਂਟਰ ਕਿੱਥੇ ਨਾ ਕਿੱਥੇ ਰਾਸਤਾ ਵੀ ਕਾਇਮ ਕਰਕੇ ਰੱਖਦੀ ਹੈ। ਕਿ ਲੇਕਿਨ ਜਿਹੜੇ ਅੱਜ ਸਾਡੇ ਸੂਬਿਆਂ ਦੀ ਹਾਲਤ ਹੈ, ਚਾਹੇ ਉਹ ਪੰਜਾਬ ਹੈ, ਚਾਹੇ ਤੁਸੀਂ ਕੀ ਕਹਿੰਦੇ ਨੇ ਦਿੱਲੀ ਲਾ ਲਓ, ਇਹਨਾਂ ਦੀ ਜਿਹੜੀ ਪ੍ਰੋਬਲਮਸ ਹੈਗੀਆਂ ਨੇ, ਇਹ ਪ੍ਰੋਬਲਮ ਇਹ ਮੰਨ ਕੇ ਚੱਲੋ ਤੁਸੀਂ ਕਿ ਵੀ ਮੈਂ ਨਹੀਂ ਸਮਝਦਾ ਕਿ ਸੈਂਟਰ ਦੀ ਨਜ਼ਰ ਵਿੱਚ ਇਹਨਾਂ ਦੀ ਕੋਈ ਵੁਕਤ ਹੈ। ਉਹ ਬਿਲਕੁਲ ਸਹੀ ਗੱਲ ਹੈ ਤੁਹਾਡੀ, ਕਿਉਂਕਿ ਕੇਂਦਰ ਆਪਣੇ ਤਰੀਕੇ ਨਾਲ ਚੱਲਦੀ ਹੈ, ਉਹ ਆਪਣੇ ਕਾਨੂੰਨ ਦੇ ਮੁਤਾਬਕ ਕੰਮ ਕਰਦੀ ਹੈ, ਸਾਰੇ ਸੂਬਿਆਂ ਨੂੰ ਆਪਣੀ ਨਜ਼ਰ ਦੇ ਨਾਲ ਵੇਖਦੀ ਹੈ, ਔਰ ਪੰਜਾਬ ਨੂੰ ਕਿੱਥੇ ਰੱਖਣਾ ਇਹ ਉਹਦੀ ਆਪਣੀ ਇੱਕ ਵੱਖਰੀ ਨੀਤੀ ਆ। ਸੋ ਬੁੱਧੀਜੀਵੀ ਦੱਸਦੇ ਨੇ ਕਿ ਦਿੱਲੀ ਕਦੇ ਵੀ ਪੰਜਾਬ ਨੂੰ ਸਹੀ ਅੱਖਾਂ ਨਾਲ ਨਹੀਂ ਵੇਖਦਾ ਰਿਹਾ, ਕਹਿਰੀ ਅੱਖ ਨਾਲ ਹੀ ਹਮੇਸ਼ਾ ਉਹਨੇ ਵੇਖਿਆ ਹੈ। ਔਰ ਪੰਜਾਬ ਦੀਆਂ ਜਿਹੜੀਆਂ ਸ਼ਕਤੀਆਂ ਨੇ, ਸਟੇਟਾਂ ਦੀਆਂ ਸ਼ਕਤੀਆਂ ਨੇ, ਉਹਨਾਂ ਨੂੰ ਸੈਂਟਰਲਾਈਜ਼ ਕੀਤਾ ਜਾਂਦਾ ਰਿਹਾ। ਪਰ ਹੁਣ ਪੰਜਾਬ ਦੇ ਮੁੱਦੇ ਬੜੇ ਵੱਡੇ ਨੇ, ਇਹ ਹੱਲ ਹੁੰਦੇ ਕਿਤੇ ਨਜ਼ਰ ਨਹੀਂ ਆਉਂਦੇ। ਸ਼ਾਇਦ ਤੁਹਾਡੇ ਸਾਡੇ ਵਰਗੇ ਲੋਕ ਵੀ ਹੱਥ ਤੇ ਹੱਥ ਧਰ ਕੇ ਬੈਠ ਜਾਣ ਕਿ ਪਹਿਲੀ ਸਰਕਾਰ ਵਰਗਾ ਹੀ ਇਹਦਾ ਵੀ ਮੁਹਾਂਦਰਾ ਬਣਦਾ ਜਾ ਰਿਹਾ ਨਵੀਂ ਸਰਕਾਰ ਦਾ। ਹੁਣ ਇੱਕ ਹੋਰ ਬੜਾ ਵੱਡਾ ਮੁੱਦਾ ਪਿਛਲੇ ਦਿਨਾਂ 'ਚ ਜਿਹੜਾ ਵੇਖਣ 'ਚ ਮਿਲਿਆ ਕਿ PTC ਵਰਗੇ ਵੱਡੇ ਚੈਨਲ ਦੇ ਜਿਹੜੇ ਸਾਲਾਨਾ ਅਵਾਰਡ ਨੇ, ਉਹਨਾਂ ਦੇ ਉੱਤੇ ਵੀ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਨੇ। ਸੋ ਜਾਂਚ ਦਾ ਵਿਸ਼ਾ ਆ, ਕੀ ਨਿਬੜਦਾ ਆ, ਕੀ ਅੱਗੇ ਜਾ ਕੇ ਨਿਕਲ ਪਾਉਂਦਾ ਆ, ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਕਹਿੰਦੇ ਆ ਕਿ ਵੱਡੀਆਂ ਵੱਡੀਆਂ ਹਸਤੀਆਂ ਦੇ ਨਾਮ ਹੀ ਜੁੜਨ ਲੱਗ ਪਏ ਨੇ ਜਿਨ੍ਹਾਂ ਨੇ ਸਮਾਜ ਭਲਾਈ ਕੰਮਾਂ ਦਾ ਮੁਖੌਟਾ ਪਹਿਨਿਆ ਹੋਇਆ। ਤੇਰਾ ਦੱਸਿਓ, ਇਹ ਪੰਜਾਬ ਦੀ ਤਸਵੀਰ ਕਿੱਧਰ ਨੂੰ ਜਾ ਰਹੀ ਹੈ, ਕੀ ਕੀ ਬਣਦੀ ਜਾ ਰਹੀ ਹੈ? ਦੇਖੋ, ਇਹ ਤੇ ਜਿਹੜਾ PTC ਦਾ ਹੈਗਾ ਜਾਂਚ ਦਾ ਵਿਸ਼ਾ ਹੈ, ਲੇਕਿਨ ਮੈਂ ਹਮੇਸ਼ਾ ਇੱਕ ਗੱਲ ਨੂੰ ਮੰਨਦਾ ਵਾਂ ਕਿ ਧੂੰਆਂ ਉੱਥੇ ਹੀ ਉੱਡਦਾ ਜਿੱਥੇ ਅੱਗ ਲੱਗੀ ਹੋਵੇ। ਹਾਂਜੀ, ਐਵੇਂ ਧੂੰਆਂ ਉੱਡਦਾ ਨਹੀਂ ਹੈ ਤੇ ਉਹਦੀ ਜ਼ਰੂਰ ਗਹਿਨ ਤਫਤੀਸ਼ ਹੋਣੀ ਚਾਹੀਦੀ ਹੈ। ਮੈਂ ਕਹਾਂਗਾ ਕਿ ਇਹੋ ਜਿਹਾ ਗੱਲ ਪੰਜਾਬ ਦੇ ਅੰਦਰ ਹੋਣੀ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਅਗਰ ਇਹਦੇ ਉੱਤੇ ਕਰੈਕਟਰ ਖਤਮ ਹੋ ਜਾਣਗੇ ਤੇ ਕਿੱਥੇ ਨਾ ਕਿੱਥੇ ਗੁਰੂ ਗੋਬਿੰਦ ਸਿੰਘ ਜੀ ਅਗਰ ਅੱਜ ਸਾਡੇ ਸਿੱਖ ਕੌਮ ਨੂੰ ਦੇਖਦੇ ਹੋਣਗੇ ਤੇ ਕਹਿੰਦੇ ਹੋਣਗੇ ਕਿ ਇਸੀ ਕੌਮ ਦੇ ਲਈ ਮੈਂ ਸਰਬੰਸ ਵਾਰਿਆ ਸੀ, ਇਸੀ ਕੌਮ ਦੇ ਲਈ ਮੈਂ ਇੰਨੀ ਸ਼ਹਾਦਤਾਂ ਦਿੱਤੀਆਂ ਨੇ, ਕਿੱਥੇ ਗਏ ਇਹਨਾਂ ਦੇ ਕਿਰਦਾਰ, ਇਹ ਕਿਹੜੇ ਰਾਹ ਤੁਰ ਪਏ ਨੇ? ਇਹ ਗੱਲ ਤੇ ਬਹੁਤ ਸੋਚਣਯੋਗ ਹੈ। ਲੇਕਿਨ ਫਿਰ ਮੈਂ ਇੱਕ ਗੱਲ ਕਹਾਂਗਾ ਗੁਰਿੰਦਰ ਭਾਜੀ ਕਿ ਵੀ ਆਪਣਾ ਘਰ ਸੰਭਾਲੀਏ ਤੇ ਦੂਜੇ ਨੂੰ ਨਾ ਕਹੀਏ ਚੋਰ। ਸਮਾਜ ਨੂੰ ਬਦਲਣ ਤੋਂ ਪਹਿਲੇ ਸਾਨੂੰ ਇਹ ਗੱਲਾਂ ਆਪਣੇ ਘਰ ਸ਼ੁਰੂ ਕਰਨੀ ਪੈਣਗੀਆਂ। ਧਰਮ ਨੂੰ ਪਹਿਲੇ ਮੁੱਖ ਰੱਖਦੇ ਹੋਏ, ਮੈਂ ਨਹੀਂ ਕਹਿੰਦਾ ਕਿ ਵੀ ਕੀ ਕਹਿੰਦੇ ਨੇ ਤੁਸੀਂ ਉਹਨੂੰ ਸੈਕੂਲਰ ਸੋਚ ਨਾ ਦਿਓ, ਲੇਕਿਨ ਆਪਣੇ ਧਰਮ ਦੇ ਉੱਤੇ ਪਹਿਰਾ ਦੇਣਾ, ਆਪਣੀ ਸੋਚ ਦੇ ਉੱਤੇ ਪਹਿਰਾ ਦੇਣਾ ਜ਼ਰੂਰੀ ਹੈ। ਕਿੱਥੇ ਨਾ ਕਿੱਥੋਂ ਸਾਨੂੰ ਆਪਣੇ ਘਰਾਂ ਤੋਂ ਇਹ ਸ਼ੁਰੂਆਤ ਕਰਨੀ ਪੈਣੀ ਹੈ। ਸੋ ਗੱਲ ਤੁਸੀਂ ਬੜੀ ਵਧੀਆ ਕੀਤੀ, ਆਪਣੇ ਘਰਾਂ ਤੋਂ ਸ਼ੁਰੂਆਤ ਕਰਨੀ ਪੈਣੀ ਹੈ। ਪਰ ਸੰਭਾਲੇ ਨੂੰ ਕਿਹੜਾ? SGPC ਹੈ, ਸਿੱਖ ਕੌਮ ਦੀ ਸਰਮੌਰ ਸੰਸਥਾ ਆ, ਜਿਹਨੇ
ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਜਾਂ ਪੰਜਾਬੀ ਸੱਭਿਅਤਾ ਨੂੰ ਬਚਾ ਕੇ ਰੱਖਣਾ ਹੁੰਦਾ। ਬੀਤੇ ਕੱਲ ਹੀ ਮੈਂ ਵੇਖਿਆ ਕਿ ਇੱਕ ਪੱਤਰਕਾਰ ਵੱਲੋਂ ਰੁਮਾਲਿਆਂ ਨੂੰ ਲੈ ਕੇ ਜਿਹੜਾ ਆਪਣਾ ਸ਼ੰਕਾ ਜ਼ਾਹਰ ਕੀਤਾ ਗਿਆ ਕਿ ਹੇਰਾਫੇਰੀ ਹੋਣ ਦੇ ਅਸਾਰ ਲੱਗਦੇ ਨੇ ਜਾਂ ਕੁਝ ਅਫਵਾਹਾਂ ਅਜਿਹੀਆਂ ਉੱਡਦੀਆਂ ਨੇ, ਤਾਂ ਸ਼੍ਰੋਮਣੀ ਕਮੇਟੀ ਅਮਲਾ ਜਿਹੜਾ ਸਾਰਾ ਇੱਕਦਮ ਹਰਕਤ 'ਚ ਆਉਂਦਾ। ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਜਿਹੜਾ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਆ ਕਿ ਧਾਰਮਿਕ ਭਾਵਨਾਵਾਂ ਭੜਕ ਗਈਆਂ ਨੇ, ਇਹਨਾਂ ਦੇ ਉੱਤੇ 295 ਦੇ ਤਹਿਤ ਪਰਚਾ ਦਰਜ ਕੀਤਾ ਜਾਣਾ ਚਾਹੀਦਾ। ਜੋ ਮੈਂ ਉਹ ਕੰਪਲੇਂਟ ਦੀ ਕਾਪੀ ਰੀਡ ਕੀਤੀ ਹੈ ਸਾਰੀ, ਪਰ ਮੈਂ ਵੇਖਿਆ ਪੀਟੀਸੀ ਦੇ ਮੁੱਦੇ ਤੇ ਕੋਈ ਨਹੀਂ ਬੋਲਿਆ। ਗੱਲ ਹੈ ਜੀ, ਪੀਟੀਸੀ ਦਾ ਮੁੱਦਾ ਤੇ ਇਸ ਵਾਸਤੇ ਕੋਈ ਨਹੀਂ ਬੋਲਦਾ ਕਿਉਂਕਿ ਇਹ ਸਰਕਾਰੀ ਏਜੰਸੀਆਂ ਦਾ ਕੰਮ ਹੈ ਇਹਨੂੰ ਸਰਚ ਕਰਨਾ। ਤੁਹਾਨੂੰ ਵੀ ਪਤਾ ਕਿ ਇਹਦੇ ਅੰਦਰ ਪੋਲੀਟੀਸ਼ੀਅਨ ਵੱਡੇ ਵੱਡੇ ਲੋਕ ਇਨਵੋਲਵਡ ਨੇ। ਇਸ ਵਾਸਤੇ ਹਰ ਕੋਈ ਬੰਦਾ ਸੋਚ ਸਮਝ ਕੇ ਬੋਲਦਾ ਵੀ ਕੱਲ ਨੂੰ ਮੇਰੀ ਗੱਲ ਗਲਤ ਨਿਕਲੀ ਤੇ ਇਹ ਲੋਕੀ ਕੋਈ ਨਾ ਕੋਈ ਮੇਰੇ ਤੇ ਦਿੱਕਤ ਪਾਣਗੇ, ਇਸ ਵਾਸਤੇ ਲੋਕੀ ਡਰਦੇ ਆ। ਔਰ ਦੂਜਾ, ਜਿੱਥੇ ਨਾ ਜਿੱਥੇ ਤੁਸੀਂ ਐਜੀਪੀਸੀ ਦੀ ਗੱਲ ਕਰਦੇ ਹੋ, ਇਹ ਗੁਰਿੰਦਰ ਜੀ ਕੀ ਹੋਇਆ ਕਿ ਪਹਿਲੇ ਟਾਈਮ ਦੇ ਨਾ ਕਿਰਦਾਰਾਂ ਦੀ ਬੜੀ ਵੈਲਿਊ ਹੁੰਦੀ ਸੀ, ਹੁਣ ਵੈਲਿਊ ਹੋ ਗਈ ਪੈਸੇ ਦੀ। ਅਸੀਂ ਪੈਸੇ ਤੋਂ ਬੰਦੇ ਜੱਜ ਕਰਨੇ ਆ, ਅਸੀਂ ਪੈਸੇ ਤੋਂ ਬੰਦੇ ਤੋਲਦੇ ਆ, ਉਹਦੀ ਤਾਕਤ ਤੋਂ ਉਹਨੂੰ ਤੋਲਨੇ ਆ ਵੀ ਇਹ ਵੱਡਾ ਆਦਮੀ ਹੈ। ਵੱਡਾ ਆਦਮੀ ਕਿਵੇਂ ਹੈ ਜੀ? ਕਿਰਦਾਰ ਤਾਂ ਨਹੀਂ ਹੈ, ਇਹ ਪੈਸੇ ਦਾ ਵੱਡਾ ਆਦਮੀ ਹੈ। ਤੁਸੀਂ ਅਗਰ ਦੇਖਿਆ ਜਾਵੇ ਤੇ ਸਮਾਜ ਵਿੱਚ ਇੰਨੀ ਗਿਰਾਵਟ ਆ ਗਈ ਹੈ ਕਿ ਅਗਰ ਤੁਸੀਂ ਦੇਖਿਆ ਜਾਏ ਤੇ ਸਾਡੀ ਵਿਧਾਨ ਸਭਾ ਹੀ ਲੈ ਲਓ, ਪੰਜਾਬ ਦੀ ਪਾਰਲੀਮੈਂਟ ਲੈ ਲਓ, ਜਿਹੜੇ ਬੰਦਿਆਂ ਤੇ ਰੇਪ ਐਕੂਜ਼ੀਸ਼ਨਸ ਨੇ, ਮਰਡਰ ਐਕੂਜ਼ੀਸ਼ਨਸ ਹੈਗੇ ਨੇ, ਜਦ ਉਹ ਬੰਦੇ ਪਾਰਲੀਮੈਂਟ ਵਿੱਚ ਪਹੁੰਚ ਜਾਂਦੇ ਨੇ ਤੇ ਕਿਤੇ ਨਾ ਕਿਤੇ ਇਹ ਮੰਨ ਕੇ ਚੱਲੀਏ ਕਿ ਵੀ ਜਿਹੜੇ ਕਿਰਦਾਰਾਂ ਦੀ ਕੋਈ ਵੈਲਿਊ ਰਹੀ ਨਹੀਂ। ਔਰ ਜਦ ਅਸੀਂ ਇਹੋ ਲੋਕ ਸਾਡੇ ਆਗੂ ਬਣਦੇ ਨੇ ਤੇ ਉਹ ਕਿਤੇ ਨਾ ਕਿਤੇ ਜਿਹੜੇ ਸਾਡੇ ਧਾਰਮਿਕ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਨੇ। ਕਿਉਂਕਿ ਚਲਾ ਕੌਣ ਰਿਹਾ? ਚੱਲੇਗਾ ਤੇ ਉਵੇਂ ਹੀ ਜਿਵੇਂ ਉਸ ਬੰਦੇ ਦਾ ਕਰੈਕਟਰ ਹੋਏਗਾ। ਅਗਰ ਉਹਦਾ ਕਰੈਕਟਰ ਹੀ ਨਹੀਂ ਹੈ ਤੇ ਉਹ ਸੰਸਥਾ ਨੂੰ ਵੀ ਕਰੈਕਟਰਲੈਸ ਕਰ ਦੇਗਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਦ ਤੱਕ ਐਸਜੀਪੀਸੀ ਰਾਜਨੀਤਿਕ ਲੋਕਾਂ ਤੋਂ ਮੁਕਤ ਨਹੀਂ ਹੋਏਗੀ, ਚੰਗੇ ਸੂਝਵਾਨ ਕਰੈਕਟਰ ਵਾਲੇ ਲੋਕ ਜਿਨ੍ਹਾਂ ਨੇ ਕੁਝ ਸਮਾਜ ਲਈ ਕੀਤਾ, ਸਮਾਜ ਲਈ ਜਿਨ੍ਹਾਂ ਨੇ ਕਈ ਦੁੱਖ ਆਪਣੇ ਉੱਤੇ ਹੰਡਾਏ ਨੇ, ਜਿਹੜੇ ਵਾਕਈ ਹੀ ਧਰਮ ਦੇ ਪ੍ਰਤੀ ਆਪਣੀ ਇੱਕ ਸੋਚ ਰੱਖਦੇ ਨੇ, ਇੱਕ ਜਜ਼ਬਾ ਰੱਖਦੇ ਨੇ, ਜਦ ਤੱਕ ਧਰਮ ਦੀ ਕਮਾਨ ਉਹਨਾਂ ਦੇ ਹੱਥ 'ਚ ਨਹੀਂ ਆਏਗੀ, ਰਾਜਨੀਤਿਕ ਲੋਕਾਂ ਦੇ ਹੱਥ 'ਚ ਕਮਾਨ ਰਹੇਗੀ, ਸਾਡੀ ਜਿਹੜੀ ਸਿੱਖ ਇੰਸਟੀਟਿਊਸ਼ਨਸ, ਜਿਹੜੀ ਬਾਡੀਜ਼ ਨੇ ਜਿਨ੍ਹਾਂ ਦਾ ਆਲ ਓਵਰ ਵਰਲਡ सम्मान ਹੈ, ਉਹ ਕहीं ਨਾ ਕहीं ਹਮੇਸ਼ਾ ਕੁਐਸਚਨ ਦੇ ਘੇਰੇ ਵਿੱਚ ਰਹਿਣਗੀਆਂ ਹੀ ਰਹਿਣਗੀਆਂ। ਤੋਂ ਮੈਂ ਮੁੜ ਕੇ ਪੰਜਾਬ ਸਰਕਾਰ ਵੱਲ ਆਵਾਂ। ਲੋਕ ਕਹਿੰਦੇ ਨੇ ਸਾਨੂੰ ਕਿ ਅਸੀਂ ਇਹ ਸੁਣ ਲਈ ਸਰਕਾਰ ਨੂੰ ਨਹੀਂ ਸੀ ਚੁਣਿਆ ਕਿ ਸਾਨੂੰ ਕੇਂਦਰ ਨਹੀਂ ਕੰਮ ਕਰਨ ਦਿੰਦੀ। ਇਹਦੇ ਦਿੱਲੀ ਵਿੱਚ ਸੁਣਦੇ ਆਏ ਸਾਂ ਕਿ ਪੁਲਿਸ ਦਾ ਪ੍ਰਬੰਧ ਜਿਹੜਾ ਆ ਉਹ ਸਰਕਾਰ ਦੇ ਅੰਡਰ ਨਹੀਂ ਗਾ, ਇਸ ਕਰਕੇ ਉੱਥੇ ਕਾਨੂੰਨ ਵਿਵਸਥਾ ਜਿਹੜੀ ਹੈ ਕੋਈ ਬਹੁਤੀ ਠੀਕ ਨਹੀਂ ਗੀ। ਤੇ ਪੰਜਾਬ ਤੇ ਮੁਕੰਮਲ ਤੌਰ ਤੇ ਸਾਰਾ ਪ੍ਰਬੰਧ ਹੀ ਪੰਜਾਬ ਸਰਕਾਰ ਕੋਲ ਹੈ। ਹੁਣ ਆ 300 ਯੂਨਿਟ ਮਾਫ ਕਰਨ ਦਾ ਮਸਲਾ ਸੀ ਤੇ ਕਹਿ ਦਿੱਤਾ ਕਿ ਕੇਂਦਰ ਜਿਹੜੀ ਆ ਉਹ ਚਿਪ ਵਾਲੇ ਮੀਟਰ ਲਾ ਰਹੀ ਆ, ਅਸੀਂ ਕੁਝ ਨਹੀਂ ਕਰ ਸਕਦੇ। ਜਿਹੜੀਆਂ ਮੁਫਤ ਸਕੀਮਾਂ ਦੀ ਤੁਸੀਂ ਪਹਿਲਾਂ ਗੱਲ ਸਮਝਾਈ ਹੈ ਕਿ ਉਹ ਵੀ, ਉਹਦੇ ਵਿੱਚ ਮਹਿਲਾਵਾਂ ਦਾ ਬੱਸ ਸਫ਼ਰ ਵੀ ਆਏਗਾ, ਹੋਰ ਵੀ ਆਟਾ ਦਾਲ ਵਰਗੀਆਂ ਸਕੀਮਾਂ ਆਉਣਗੀਆਂ, ਕਈ ਜਿਹੜੀਆਂ ਸਰਕਾਰ ਵੱਲੋਂ ਮੁਫਤ ਦਿੱਤੀਆਂ ਜਾਂਦੀਆਂ ਨੇ, ਤੇ ਕੇਂਦਰ ਦੇ ਹੁਕਮਾਂ ਅੱਗੇ ਜਿਹੜਾ ਆ ਉਹ ਬੰਦ ਕਰਨੀਆਂ ਪੈਣੀਆਂ ਨੇ। ਸਰਕਾਰ ਦੀ ਕੀ ਭੂਮਿਕਾ ਰਹੇਗੀ? ਸਰਕਾਰ ਆਪਣੇ ਕੋਲੋਂ ਇਹਨਾਂ ਗਰੰਟੀਆਂ ਨੂੰ ਪੂਰਾ ਕਰ ਸਕਦੀ ਆ? ਮੈਨੂੰ ਦੱਸਿਓ ਜਰਾ। ਦੇਖੋ, ਜਿਹੜੇ ਹਾਲਾਤ ਹੈਗੇ ਨੇ ਉਸ ਹਾਲਾਤਾਂ ਦੇ ਹਿਸਾਬ ਨਾਲ ਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਾਅਦੇ ਨੇ ਮੈਂ ਨਹੀਂ ਸਮਝਦਾ ਕਿ ਪੂਰੇ ਹੋਣਗੇ। ਉਹ ਝੂਠ ਦੇ ਪੁਲਿੰਦਾ ਨਿਕਲੇਗਾ ਹੀ ਨਿਕਲੇਗਾ। ਮੈਂ ਇਲੈਕਸ਼ਨਸ ਹੋਣ ਤੋਂ ਪਹਿਲੇ ਹੀ ਇਹ ਗੱਲ ਕਹਿੰਦਾ ਆ ਰਿਹਾ ਸੀ ਕਿ ਅਗਰ ਤੁਸੀਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਜਿਤਾਇਆ, ਹੋਰ ਪੰਜਾਬ ਦੇ ਲੋਕਾਂ ਦੇ ਕੋਲ ਕੋਈ ਹੋਰ ਰਸਤਾ ਵੀ ਨਹੀਂ ਸੀ, ਕਿਉਂਕਿ ਕਾਂਗਰਸੀ ਅਹੰਕਾਰ ਵਿੱਚ ਰਹੇ, ਆਪਣੇ ਝਗੜੇ ਵਿੱਚ ਰਹੇ। ਅਕਾਲੀਆਂ ਨੇ ਵੀ ਕੀ ਕਹਿੰਦੇ ਨੇ ਆਪਣੀ ਸਰਕਾਰ ਦੇ ਟਾਈਮ ਦੇ ਉੱਤੇ ਜਿਹੜੀ ਦਿੱਕਤਾਂ ਲੋਕਾਂ ਲਈ ਆਈਆਂ ਉਹ ਲੋਕੀ ਭੁੱਲੇ ਨਹੀਂ, ਚਾਹੇ ਉਹ ਸਾਡਾ ਧਾਰਮਿਕ ਮਸਲੇ ਹੋਣ, ਚਾਹੇ ਉਹ ਫਾਈਨੈਂਸ਼ੀਅਲੀ ਹੋਣ। ਇਹ ਦੋਨੋਂ ਹੀ ਸਰਕਾਰਾਂ ਨੇ ਪੰਜਾਬ ਨੂੰ ਕਰਜ਼ੇ 'ਚ ਡੁਬੋਇਆ। ਲੇਕਿਨ ਇਹ ਗੱਲ ਤੇ ਪਹਿਲੇ ਹੀ ਸੀ ਕਿ ਕੇਜਰੀਵਾਲ ਦਿੱਲੀ ਦੇ ਅੰਦਰ ਆਪਣੀ ਨਾਕਾਮਯਾਬੀਆਂ ਲਈ ਸੈਂਟਰ ਦੇ ਉੱਤੇ ਹੀ ਠੀਕਰਾ ਫੋੜਦਾ ਸੀ। ਪੰਜਾਬ ਦੇ ਅੰਦਰ ਵੀ ਉਹੀਓ ਕਰਨ ਜਾ ਰਿਹਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਇਹ ਤੇ ਤੁਸੀਂ ਹਾਲੀ ਅੱਗੇ ਦੇਖੋ ਹੁੰਦਾ ਕੀ ਹੈ ਔਰ ਕਿਵੇਂ ਇਹਨਾਂ ਦੇ ਰੰਗ ਨਿਕਲਣਗੇ। ਇਹਨਾਂ ਨੇ ਤੁਸੀਂ ਦੇਖੋ ਕਿ ਅਰਵਿੰਦ ਕੇਜਰੀਵਾਲ ਦਾ ਬਿਆਨ ਕਿ ਭਗਵੰਤ ਮਾਨ ਨੇ 10 ਦਿਨਾਂ ਦੇ ਅੰਦਰ
ਕਰਪਸ਼ਨ ਖਤਮ ਕਰਤੀ ਜੀ ਪੰਜਾਬ ਵਿੱਚੋਂ। ਹੁਣ ਗੁਰਿੰਦਰ ਜੀ ਤੁਸੀਂ ਬਹੁਤ ਵੱਡੇ ਪੱਤਰਕਾਰ ਹੋ, ਮੈਨੂੰ ਜਰਾ ਦੱਸਣਾ ਕਿੱਥੇ ਕਰਪਸ਼ਨ ਖਤਮ ਹੋਈ ਹੈ, ਜਰਾ ਮੈਨੂੰ ਦੱਸਣਾ ਜਰਾ। ਪਹਿਲੀ ਗੱਲ ਤੇ ਜਿਹੜੇ ਕਰਪਸ਼ਨ ਖਤਮ ਕਰਨ ਦੀ ਗੱਲ ਕਰ ਰਹੇ ਨੇ ਉਹਨਾਂ ਨੇ ਸਾਰੇ ਕਰਪਟ ਬੰਦੇ ਦੇ ਆਪਣੇ ਅੰਦਰ ਭਰ ਲਏ ਨੇ। ਅੱਜ ਹਰਿਆਣਾ ਦੇ ਅੰਦਰ ਕਾਂਗਰਸ ਦੇ ਬੰਦੇ ਆ ਰਹੇ ਨੇ, ਪੰਜਾਬ ਦੇ ਅੰਦਰ ਕਾਂਗਰਸ, ਅਕਾਲੀ, ਜਿਹੜੇ ਵੀ ਭ੍ਰਸ਼ਟ ਆਦਮੀ ਸਨ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ। ਹੁਣ ਆਮ ਆਦਮੀ ਪਾਰਟੀ ਐ ਨਾ ਕਵੇ ਮੈਂ ਆਮ ਆਦਮੀ ਪਾਰਟੀ ਆ, ਹੁਣ ਉਹ ਕਵੇ ਜੀ ਮੈਂ ਡਸਟਬਿਨ ਆ। ਕਿਉਂ? ਉਹ ਕਿਉਂ ਕਹੇਗੀ? ਉਹਦਾ ਕਾਰਨ ਹੈ ਕਿ ਇਹਨਾਂ ਨੇ ਖੁਦ ਹੀ ਕਿਹਾ ਵੀ ਕਾਂਗਰਸ ਤੇ ਅਕਾਲੀਆਂ ਦਾ ਕੂੜਾ ਅਸੀਂ ਨਹੀਂ ਲੈਣਾ। ਹੁਣ ਇਹਨਾਂ ਨੇ ਲੈ ਲਿਆ, ਜਦ ਕੂੜਾ ਲੈ ਲਿਆ ਤੇ ਕੂੜਾ ਕਿੱਥੇ ਜਾਂਦਾ? ਉਹ ਡਸਟਬਿਨ 'ਚ ਜਾਂਦਾ। ਠੀਕ ਹੈ ਜੀ। ਤੇ ਇਸ ਵਾਸਤੇ ਇਹ ਹੁਣ ਮੰਨ ਕੇ ਚੱਲੋ ਕਿ ਇਹ ਜਿਹੜੀ ਗੱਲਾਂ ਕਿਰਦਾਰਾਂ ਤੋਂ ਸ਼ੁਰੂ ਹੋਈਆਂ ਸਨ, ਇਹ ਵੀ ਉਹੀਓ ਰਾਜਨੀਤਿਕ ਸਿਸਟਮ ਦੇ ਉੱਤੇ ਆ ਚੁੱਕੀਆਂ ਨੇ ਕਿ ਕੋਈ ਭ੍ਰਸ਼ਟ ਹੈ, ਕਿਸੇ ਦੇ ਉੱਤੇ ਕੇਸਿਸ ਚੱਲ ਰਹੇ ਨੇ, ਸਾਨੂੰ ਕੋਈ ਦਿੱਕਤ ਨਹੀਂ ਹੈ, ਅਸੀਂ ਕਿਸੇ ਵੀ ਤਰ੍ਹਾਂ ਸਾਮ ਦਾਮ ਦੰਡ ਭੇਦ ਕਰਕੇ ਸੱਤਾ ਵਿੱਚ ਆਣਾ। ਸੋ ਪ੍ਰਸ਼ਾਸਨਿਕ ਅਧਿਕਾਰੀ ਵੀ ਉਹੀ ਰਹਿਣੇ ਨੇ, ਹੋ ਸਕਦਾ ਇਧਰੋਂ ਬਦਲ ਕੇ ਦੂਸਰੀ ਜਗ੍ਹਾ ਲਾ ਦਿੱਤੇ ਜਾਣ। ਜਿਹੜੀ ਕਰਪਸ਼ਨ ਦੀ ਖਤਮ ਕਰਨ ਦੀ ਤੁਸੀਂ ਗੱਲ ਕੀਤੀ ਆ ਨਾ, ਕੱਲ ਹੀ ਅਸੀਂ ਦਫ਼ਤਰਾਂ ਦਾ ਚੱਕਰ ਲਾਇਆ ਸੀ ਤਾਂ ਇੱਕ ਅਫਸਰ ਨੇ ਬੜੀ ਪਿਆਰੀ ਗੱਲ ਦੱਸੀ, ਕਹਿੰਦਾ ਅਸੀਂ ਹੁਣ ਨਜ਼ਰਾਨਾ ਨਹੀਂ ਲੈਂਦੇ, ਅਸੀਂ ਸ਼ੁਕਰਾਨਾ ਲੈ ਲੈਂਦੇ ਆ ਕਿ ਲੋਕ ਜੋ ਦੇ ਜਾਂਦੇ ਆ ਉਹ ਰੱਖ ਲਈਦਾ। ਤੇ ਲੋਕਾਂ ਦੇ ਵਿੱਚੋਂ ਵੀ ਇਹ ਸੋਚ ਪਤਾ ਨਹੀਂ ਕਦੋਂ ਖਤਮ ਹੋਵੇਗੀ ਕਿ ਜਿੰਨਾ ਚਿਰ ਤੱਕ ਉਹ ਅਫਸਰ ਦੀ ਜੇਬ ਵਿੱਚ ਪੈਸੇ ਨਹੀਂ ਨਾ ਪਾ ਦਿੰਦੇ, ਉਹਨਾਂ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਸਾਡਾ ਕੰਮ ਹੋਣਾ ਆ ਜਾਂ ਨਹੀਂ ਹੋਣਾ। ਸੋ ਜਿਹੜਾ ਰੈਵਨਿਊ ਜਨਰੇਟ ਹੁੰਦਾ ਸੀ ਉਹਦੇ ਅੰਦਰ ਹੀ ਸੈਟਿੰਗ ਪਹਿਲਾਂ ਹੀ ਹੋ ਜਾਂਦੀ ਸੀ। ਮੰਨ ਲਓ ਜੇ ਕਿਸੇ ਨੇ ਰਜਿਸਟਰੀ ਕਰਾਉਣੀ ਹੈ ਤਾਂ ਗੱਲ ਵਸੀਕੇ ਤੇ ਹੀ ਨਿਬੜ ਜਾਂਦੀ ਸੀ, ਤਹਿਸੀਲਦਾਰ ਨੂੰ ਜਾਂ ਕੋਈ ਸਿੱਧੀ ਰਿਸ਼ਵਤ ਦਿੰਦਾ ਹੀ ਨਹੀਂ ਸੀ। ਸੋ ਇਹ ਜਿਹੜੀ ਕਰਪਸ਼ਨ ਹੈ, ਇਹ ਮੇਰੇ ਖਿਆਲ ਨਾਲ ਤਾਂ ਅਜਿਹਾ ਕੋਈ ਵੀ ਤਰੀਕਾ ਨਹੀਂ ਹੈਗਾ ਜਾਂ ਸਰਕਾਰ ਕੋਲ ਗਿੱਦੜ ਸਿੰਘੀ ਨਹੀਂ ਹੈਗੀ ਕਿ ਉਹ ਇਹਨੂੰ ਖਤਮ ਕਰ ਸਕੇ, ਕਿਉਂਕਿ ਪ੍ਰਬੰਧਕਾਂ ਨੇ ਪ੍ਰਬੰਧ ਚਲਾਉਣਾ ਹੈ, ਉਹਨਾਂ ਨੇ ਆਪਣੇ ਤਰੀਕੇ ਨਾਲ ਹੀ ਆਪਣੇ ਜਿਹੜੇ ਤਾਮਝਾਮ ਸੈੱਟ ਕੀਤੇ ਹੁੰਦੇ ਨੇ, ਉਹਨਾਂ ਦਾ ਸਰਕਾਰਾਂ ਨੂੰ ਵੀ ਨਹੀਂ ਪਤਾ ਲੱਗਦਾ। ਮੈਂ ਤੇ ਗੁਰਿੰਦਰ ਜੀ ਜਿਸ ਦਿਨ ਭਗਵੰਤ ਮਾਨ ਚੀਫ ਮਿਨਿਸਟਰ ਜੀ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ, ਮੈਂ ਕਿਹਾ ਸੀ ਇੱਕ ਨੰਬਰ ਹੋਰ ਜਾਰੀ ਕਰੋ। ਇਹ ਨੰਬਰ ਤੇ ਤੁਸੀਂ ਜਾਰੀ ਉਹਨਾਂ ਲਈ ਕੀਤਾ ਜਿਹੜੇ ਮੰਗਦੇ ਨੇ, ਇੱਕ ਨੰਬਰ ਜਾਰੀ ਕਰੋ ਜਿਹੜਾ ਦੇਣਾ ਚਾਹੁੰਦੇ ਨੇ। ਕਿਉਂ? ਲੋਕੀ ਕਿਉਂ ਕਰਪਸ਼ਨ ਕਰਦੇ ਨੇ? ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਆਪਣੀ ਕਮੀਆਂ, ਆਪਣੇ ਕੰਮ ਨੂੰ ਜਲਦੀ ਕਰਾਉਣ ਦੀ ਉਹਨਾਂ ਦੀ ਜਿਹੜੀ ਹਸਰਤ ਹੈ, ਜਦ ਤੱਕ ਅਸੀਂ ਲੋਕ ਆਪ ਕੰਟਰੋਲ 'ਚ ਨਹੀਂ ਆਵਾਂਗੇ। ਤੁਸੀਂ ਦੇਖੋ ਕਿ ਤੁਸੀਂ ਇੱਥੇ ਚਿੰਗਮ ਖਾਂਦੇ ਹੋ, ਸਿੰਗਾਪੁਰ ਦੇ ਅੰਦਰ ਚਿੰਗਮ ਖਾਂਦੇ ਹੀ ਤੁਹਾਨੂੰ ਕੀ ਕਹਿੰਦੇ ਨੇ, ਇੱਕ ਤੁਹਾਨੂੰ ਤਗੜਾ ਫਾਈਨ ਦੇਣਾ ਪੈਂਦਾ ਹੈ, ਤੇ ਤੁਸੀਂ ਉੱਥੇ ਨਹੀਂ ਕਰਦੇ। ਜਿੱਥੇ ਪ੍ਰਬੰਧਨ ਸਖਤ ਹੈ, ਲੋਕ ਆਪਣੀ ਕੰਟਰੀ ਨੂੰ ਆਪ ਸਾਫ਼ ਸੁਥਰਾ ਰੱਖਣਾ ਚਾਹੁੰਦੇ ਨੇ, ਉੱਥੇ ਪ੍ਰਸ਼ਾਸਨ ਨੂੰ ਜ਼ਿਆਦਾ ਦਿੱਕਤ ਨਹੀਂ ਆਉਂਦੀ। ਕਿਤੇ ਨਾ ਕਿਤੇ ਸਾਡੀ ਪਬਲਿਕ ਨੂੰ ਪਹਿਲੇ ਆਪਣਾ ਕਿਰਦਾਰ ਬਦਲਣਾ ਪਏਗਾ। ਜੇ ਪਬਲਿਕ ਦਾ ਕਿਰਦਾਰ ਬਦਲੇਗਾ, ਸਰਕਾਰਾਂ ਆਪਣੇ ਆਪ ਬਦਲ ਜਾਣਗੀਆਂ। ਤਾਂ ਫਿਰ ਹੁਣ ਜਾਂਦੇ ਜਾਂਦੇ ਕੀ ਸਮਝੀਏ ਕਿ ਸਰਕਾਰ ਕਿਵੇਂ ਪ੍ਰਬੰਧ ਜਿਹੜਾ ਸਿਸਟਮ ਹੈ ਸਾਰਾ ਠੀਕ ਕਰ ਸਕੇਗੀ? ਕਿਉਂਕਿ ਆ ਮੈਂ ਵੀ ਚਾਅ ਦੇ ਵਿੱਚ ਆ ਕੇ ਨਾ ਇੱਕ ਦੋ ਐਪਲੀਕੇਸ਼ਨ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਸੀ ਉਹ ਪਾ ਦਿੱਤੀਆਂ ਉਸ ਨੰਬਰ ਦੇ ਉੱਪਰ। ਤਾਂ ਮੈਨੂੰ ਜਵਾਬ ਆਇਆ ਕਿ ਤੁਹਾਡੇ ਕੋਲ ਕਦੀ ਕਿਸੇ ਨੇ ਰਿਸ਼ਵਤ ਮੰਗੀ ਹੈ? ਮੈਂ ਅੱਗੋਂ ਭੇਜਿਆ ਕਿ ਪੱਤਰਕਾਰ ਆ, ਪੱਤਰਕਾਰ ਤੋਂ ਰਿਸ਼ਵਤ ਤੇ ਉਹਨਾਂ ਨਹੀਂ ਮੰਗੀ, ਪਰ ਉਹ ਪਿਛਲੇ 6-7 ਮਹੀਨੇ ਤੋਂ ਲਮਕਾ ਕੇ ਬੈਠੇ ਆ, ਕੋਈ ਜਵਾਬ ਪਤਾ ਨਹੀਂ ਦਿੰਦੇ। ਇਹ ਵੀ ਇੱਕ ਰਿਸ਼ਵਤ ਦਾ ਰੂਪ ਹੀ ਹੈ ਕਿ ਜੇ ਸਿੱਧੇ ਨਹੀਂ ਮੰਗਦੇ, ਹੋ ਸਕਦਾ ਦੁਖੀ ਹੋ ਕੇ ਤੰਗ ਹੋ ਕੇ ਬੰਦਾ 6 ਮਹੀਨੇ ਸਾਲ ਕੇਸ ਨੂੰ ਲਮਕਾਉਂਦੇ ਆ ਤਾਂ ਆਪੇ ਕੋਈ ਨਾ ਕੋਈ ਰਾਹ ਲੱਭ ਲਏਗਾ। ਸੋ ਇਹ ਵੀ ਕਰਪਸ਼ਨ ਦਾ ਇੱਕ ਹਿੱਸਾ, ਇੱਕ ਰੂਪ ਹੈ। ਇਹਦੇ ਉੱਤੇ ਵੀ ਇਹਨਾਂ ਨੂੰ ਗੌਰ ਕਰਨ ਦੀ ਮੇਰੇ ਖਿਆਲ ਨਾਲ ਪਹਿਲ ਦੇ ਆਧਾਰ ਤੇ ਲੋੜ ਹੈ ਕਿ ਜਿਹੜੇ ਪੈਂਡਿੰਗ ਕੇਸ ਨੇ ਉਹਨਾਂ ਨੂੰ, ਜਾਂ ਜਿਹੜੀਆਂ ਦਰਖਾਸਤਾਂ ਨੇ, ਸੌਰੀ ਮੈਂ ਕੇਸ ਕਹਿ ਗਿਆ, ਜਿਹੜੀਆਂ ਦਰਖਾਸਤਾਂ ਗਈਆਂ ਹੋਈਆਂ ਨੇ ਮਹਿਕਮਿਆਂ ਦੇ ਅਗੇਂਸਟ, ਉਹਦੇ ਵਿੱਚ ਬੇਸ਼ੱਕ ਇਹ ਜ਼ਿਕਰ ਨਹੀਂ ਕਿਹਾ ਕਿ ਮੇਰੇ ਕੋਲ ਇਹਨਾਂ ਰਿਸ਼ਵਤ ਮੰਗੀ ਹੈ ਜਾਂ ਨਹੀਂ ਮੰਗੀ, ਪਰ ਉਹ ਮਾਮਲੇ ਜਿਹੜੇ ਨੇ ਉਹ ਜਾਂਚ ਦਾ ਵਿਸ਼ਾ ਨੇ, ਉਹਨਾਂ ਦੇ ਸਮੇਂ ਸਿਰ ਜਾਂਚ ਹੋ ਜਾਣੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਟਾਈਮ ਫਰੇਮ ਹੋਣਾ ਚਾਹੀਦਾ। ਅਗਰ ਕੋਈ ਵੀ ਐਪਲੀਕੇਸ਼ਨ ਹੈ ਉਹਦਾ ਟਾਈਮ ਫਰੇਮ ਸੈੱਟ ਹੋਣਾ ਚਾਹੀਦਾ ਕਿ ਉਸ ਟਾਈਮ ਫਰੇਮ ਦੇ ਅੰਦਰ ਉਸ ਐਪਲੀਕੇਸ਼ਨ ਨੂੰ, ਭਾਵੇਂ ਉਹ ਠੀਕ ਹੈ ਭਾਵੇਂ ਉਹ ਗਲਤ ਹੈ, ਉਹਦਾ ਫੈਸਲਾ ਹੋ ਜਾਣਾ ਚਾਹੀਦਾ। ਕਿਤੇ ਨਾ ਕਿਤੇ ਗੱਲ ਹੈ ਕਿ ਜਿਹੜੀ ਭ੍ਰਸ਼ਟਾਚਾਰ ਹੈ ਉਹ ਜੜ੍ਹਾਂ ਤੱਕ ਜਾ ਚੁੱਕਿਆ ਹੈ ਗੁਰਿੰਦਰ ਜੀ, ਉਹਨੂੰ ਮਿਟਾਉਣਾ ਬਹੁਤ ਔਖਾ ਕੰਮ ਹੈ। ਇਹ ਸਰਕਾਰਾਂ ਦੇ ਕੰਮ ਨਹੀਂ ਹੈਗੇ, ਨਾ ਸਰਕਾਰਾਂ ਤੋਂ ਨਿਪਟਣੇ ਨੇ, ਕਿਉਂਕਿ ਸਰਕਾਰ ਆਪ ਜਿਹੜੀ ਭ੍ਰਸ਼ਟ ਹੋ ਕੇ ਬਣਦੀ ਹੈ ਉਹ ਭ੍ਰਸ਼ਟਾਚਾਰ ਕਿੱਥੋਂ ਖਤਮ ਕਰ ਦੇਗੀ? ਪਹਿਲੇ ਤੇ ਤੁਸੀਂ ਆਪ ਇਸ ਗੱਲ ਦਾ ਜਵਾਬ ਦਿਓ ਕਿ ਕਹਿੰਦੇ ਹੈਗੇ ਕਿ ਅਸੀਂ 50 ਲੱਖ ਖਰਚ ਕੀਤਾ ਹੈ, ਤੇ ਤੁਹਾਨੂੰ ਵੀ ਪਤਾ ਕਿ ਇਲੈਕਸ਼ਨ ਕਰੋੜਾਂ 'ਚ ਜਾਂਦਾ ਹੈ, ਤੇ ਜਿਹਦੀ ਸ਼ੁਰੂਆਤ ਹੀ ਭ੍ਰਸ਼ਟਾਚਾਰ ਤੋਂ ਹੋਈ ਹੈ ਉਹ ਭ੍ਰਸ਼ਟਾਚਾਰ ਕਿਵੇਂ ਖਤਮ ਕਰ ਦੇਗਾ? ਇਸ ਭ੍ਰਸ਼ਟਾਚਾਰ, ਇਹ ਮੈਂ ਮੰਨਦਾ ਵਾਂ ਕਿ ਇੱਕ ਸਮਾਜਿਕ ਬੁਰਾਈ ਹੈ,
ਉਹ ਸਮਾਜਿਕ ਬੁਰਾਈ ਨੂੰ ਅਸੀਂ ਆਪਣੇ ਲੈਵਲ ਦੇ ਉੱਤੇ ਠੀਕ ਕਰ ਸਕਨੇ ਆ। ਇਹ ਇਸ ਟਾਈਮ ਖਾਲੀ ਪੰਜਾਬ ਦੀ ਜਾਂ ਇੰਡੀਆ ਦੀ ਗੱਲ ਨਹੀਂ ਹੈ, ਇਹ ਆਲ ਓਵਰ ਵਰਲਡ ਇਹ ਬਿਮਾਰੀ ਘਰ ਕਰ ਚੁੱਕੀ ਹੈ। ਤੇ ਇਸ ਵਾਸਤੇ ਇਹ ਤੋਂ ਬਚਣਾ ਬਹੁਤ ਔਖਾ ਕੰਮ ਹੈ, ਇਹ ਬਚਿਆ ਜਾ ਨਹੀਂ ਸਕਦਾ। ਇਹ ਛੋਟੇ ਲੈਵਲ ਤੋਂ ਲੈ ਕੇ ਵੱਡੇ ਲੈਵਲ ਤੱਕ ਇਹ ਜਾਰੀ ਹੈ। ਇਹ ਕਿੱਥੇ ਨਾ ਕਿੱਥੇ ਲੋਕਾਂ ਨੂੰ ਜਾਗਰੂਕ ਕਰਦੇ ਰਹੀਏ। ਤੁਸੀਂ ਮੈਨੂੰ ਪੁੱਛਿਆ ਵੀ ਜਾਂਦੇ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ, ਮੈਂ ਤੇ ਇਹੀਓ ਗੱਲ ਕਹਿਣਾ ਚਾਹੁੰਦਾ ਜੀ ਕਿ ਜੋ ਵੀ ਮੈਨੂੰ ਸੁਣ ਰਿਹਾ ਹੋਵੇ ਉਹ ਸਮਾਜ ਨੂੰ ਠੀਕ ਕਰਨ ਦੀ ਗੱਲ ਬਾਅਦ ਚੋਂ ਕਰੇ, ਪਹਿਲੇ ਆਪਣੇ ਘਰ ਦਾ ਮਾਹੌਲ, ਘਰ ਨੂੰ ਜਿਹੜੀ ਸਿੱਖਿਆ ਦੇਣੀ ਹੈ ਆਪਣੀ ਔਲਾਦ ਨੂੰ, ਉਹ ਜਿਹੜਾ ਸਾਡਾ ਕੰਮ ਹੈ ਕਿ ਅਸੀਂ ਸਮਾਜ ਵਿੱਚ ਉਹ ਬੱਚਿਆਂ ਨੂੰ ਆਪਣੇ ਭੇਜੀਏ ਜਿਹੜੇ ਕਿ ਸਾਡਾ ਮੈਸੇਜ ਲੈ ਕੇ ਜਾਣ। ਜਿੰਨੇ ਜ਼ਿਆਦਾ ਬੁਰਾਈ ਦੇ ਨਾਲ ਚੰਗਿਆਈ ਵੱਧਦੀ ਜਾਵੇ ਤੇ ਕਿਸੇ ਦਿਨ ਇੱਕ ਦਿਨ ਚੰਗਿਆਈ ਬੁਰਾਈ ਨੂੰ ਪਾਰ ਕਰ ਹੀ ਜਾਏਗੀ। ਤੇ ਸਾਨੂੰ ਐਵੇਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਚੌਕੀਦਾਰ ਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਕਿ ਜਾਗਤੇ ਰਹੋ, ਜਾਗਤੇ ਰਹੋ। ਤੇ ਸਾਨੂੰ ਵੀ ਜਿੱਥੇ ਵੀ ਸਾਨੂੰ ਕੋਈ ਮਿਲੇ ਜਾਂ ਜੋ ਸਾਡੇ ਤੋਂ ਰਾਏ ਲੈਣਾ ਚਾਹੁੰਦਾ ਹੋਵੇ, ਸਾਨੂੰ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ। ਇਹ ਖਾਸ ਕਰ ਤੁਹਾਡੇ ਵਰਗੇ ਜਿਹੜੇ ਪੱਤਰਕਾਰ ਨੇ, ਉਹ ਜਦ ਇਹੋ ਜਿਹੇ ਮੁੱਦੇ ਚੁੱਕਦੇ ਨੇ ਤੇ ਤੁਸੀਂ ਵੀ ਇੱਕ ਬਹੁਤ ਵੱਡਾ ਯੋਗਦਾਨ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਪਣੇ ਪ੍ਰੋਗਰਾਮ ਰਾਹੀਂ ਕਰ ਹੀ ਰਹੇ ਹੋ। ਤੋ ਰਾਜਾ ਸੁਰਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ, ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਆਪਾਂ ਫਿਰ ਸਮੇਂ-ਸਮੇਂ ਤੇ ਇਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਰਹਾਂਗੇ ਕਿਉਂਕਿ ਮੁੱਦੇ ਬਹੁਤ ਵੱਡੇ ਨੇ। ਇਹ ਕੋਈ ਇੱਕ ਦਿਨ ਦਾ ਜਾਂ ਇੱਕ ਸਮੇਂ ਦੀ ਡਿਸਕਸ਼ਨ ਦਾ ਮਸਲਾ ਨਹੀਂਗਾ। ਸੋ ਸਮੇਂ-ਸਮੇਂ ਤੇ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਉੱਤੇ ਵੀ ਪਰਦਾ ਚੁੱਕਣ ਦੀ ਕੋਸ਼ਿਸ਼ ਕਰਦੇ ਰਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।